मैं क्या ये तो मोदी साहब बैठे आते जेडे थोड़े नाल प्यार करी जाते हैं जे मर्द हुंदी ना मेरे दिमाग में उत्ते बंदा बैठा है तो हुण है साडे मार मार के डांगा पर जेना बंद कर बीजेपी वाले बाहर निकल लगे ਸੀਗੇ ਤੁਹਾਡੇ ਇਸ ਬਿਆਨ ਨੇ ਫੇਰ ਕਮਰਿਆਂ 'ਚ ਵਾੜਦੇ ਘਰ ਤੁਸੀਂ ਦੇਖੋ ਛਾਉਣੀ 'ਚ ਤਬਦੀਲ ਕਰਤਾ ਪੁਲਿਸ ਵਾਲਿਆਂ ਨੇ ਉੱਤੇ ਕਿਸਾਨ ਕਹਿੰਦੇ ਕੋਈ ਗੱਲ ਨਹੀਂ ਆ ਲੈਂਦਾ 2 ਦਿਨ ਖੜੋ ਦੱਸਦੇ ਆ ਕਾਲੋ ਸਾਹਿਬ ਨੂੰ ਵੀ ਕਿੱਦਾਂ ਬਿਆਨ ਡੰਡੇ ਮਾਰਦੇ ਨੇ ਇਹ ਨਹੀਂ ਕਿ ਮੈਂ ਹੁੰਦਾ ਮੈਂ ਕਿਹਾ ਕੋਈ ਗਰਮ ਦਿਮਾਗ ਵਾਲਾ ਮੇਰੇ ਵਰਗਾ ਗਰਮ ਦਿਮਾਗ ਵਾਲਾ ਹੁੰਦਾ ਤੂੰ ਡੰਡੇ ਮਾਰ ਮਾਰ ਕੇ ਇਹਨਾਂ ਨੂੰ ਅੰਦਰ ਕਰ ਦਿੰਦਾ ਉੱਥੇ ਬੈਠਾ ਤਾਂ ਕਿਸਾਨ ਹੈ ਫਿਰ ਉੱਥੇ ਕਾਮਰੇਡ ਕਿੱਥੋਂ ਆ ਗਏ ਨਵਾਂ ਤੁਹਾਨੂੰ ਅਹੁਦਾ ਮਿਲਿਆ ਪਾਰਟੀ ਦੇ ਵਿੱਚ ਇੱਕ ਵੱਡਾ ਅਹੁਦਾ ਸੀਗਾ ਪਹਿਲੀ ਮੈਨੂੰ ਲੱਗਦਾ ਕਿ ਵੱਡੇ ਅਹੁਦੇ ਤੋਂ ਬਾਅਦ ਸਪੀਚ ਤੁਸੀਂ ਉੱਥੇ ਦਿੱਤੀ ਤੇ ਇੰਨੀ ਗਰਮ ਸਪੀਚ ਕਿਉਂ ਦੇਤੀ ਤੁਸੀਂ ਉੱਥੇ ਕਿਸਾਨ ਤੁਹਾਨੂੰ ਹੁਣ ਲੱਭਦੇ ਫਿਰਦੇ ਨੇ ਬਾਹਰ ਸਾਹਿਬ ਕਹਿੰਦੇ ਇੱਕ ਕਾਲੋਂ ਆ ਕਹਿੰਦੇ ਭੂਤਰਿਆ ਫਿਰਦਾ ਨਾਨੀ ਚੇਤੇ ਕਰਾ ਦਿਆਂਗੇ ਕਹਿੰਦੇ ਉਹਨੂੰ ਜਦੋਂ ਕੋਈ ਵੀ ਨੇਤਾ ਬੋਲਦਾ ਸਟੇਜ ਤੇ ਕਿਤੇ ਨਾ ਕਿਤੇ ਲਫ਼ਜ਼ਾਂ ਦੀ ਏੜ ਗੇੜ ਹੋ ਜਾਂਦੀ ਹੈ ਹੋਈ ਹੈ ਤੁਸੀਂ ਮੰਨਦੇ ਹੋ ਕਿ ਹੋਈ ਹੈ ਹੋਊਗੀ ਨਿਕਲ ਗਿਆ ਜਿਹੜਾ ਮੂੰਹ ਚੋਂ ਕੈਪਟਨ ਸਾਹਿਬ ਦੇ ਬਿਆਨ ਨਾ ਥੋੜੇ ਜਿਹੇ ਰਲਦੇ ਮਿਲਦੇ ਲੱਗ ਰਹੇ ਕਹਿੰਦੇ ਕਿ ਉਹਨਾਂ ਨੇ ਵੀ ਆਖਿਆ ਕੱਲ ਹੀ ਆਖਿਆ ਕਹਿੰਦੇ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਅੰਦੋਲਨ ਦੇ ਨਾਲ ਤੇ ਤੁਸੀਂ ਵੀ ਇਹੀ ਗੱਲ ਕਹਿੰਦੇ ਹੋ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਤੇ ਬੀਜੇਪੀ ਦੇ ਕੈਪਟਨ ਦੇ ਨਾਲ ਗਿੱਟਮਿੱਟ ਤਾਂ ਨਹੀਂ ਚੱਲ ਰਹੀ ਇਹ ਪਹਿਲਾ ਪ੍ਰਧਾਨ ਮੰਤਰੀ ਆਇਆ ਜਿਹਨੇ ਦੇਸ਼ ਨੂੰ ਕਿਤੇ ਪੈਰਾਂ ਤੇ ਖੜਾ ਕਰਤਾ ਕਹਿੰਦੇ ਸਾਨੂੰ ਤੇ ਜਿਹੜਾ ਪੈਰਾਂ ਭਾਰ ਸੀਗਾ ਗੋਡਿਆਂ ਭਾਰ ਸਿੱਟਤਾ ਇਸ ਪ੍ਰਧਾਨ ਮੰਤਰੀ ਕੋਈ ਗੱਲ ਨਹੀਂ ਦੇਖੋ ਇਹ ਮੇਰੇ ਕਿਸਾਨ ਵੀਰ ਜਿੱਦਣ ਨਵੇੜਾ ਹੋਇਆ ਇਹਨਾਂ ਨੇ ਗੁਣ ਗਾਉਂਦਿਆਂ ਸਾਹ ਨਹੀਂ ਲੜਾ ਤੁਹਾਨੂੰ ਲੱਗਦਾ ਵੀ 10 ਮਹੀਨੇ ਦਾ ਜਿਹੜਾ ਅੱਜ ਸਮਾਂ ਹੋ ਗਿਆ ਉਹ ਭੁੱਲ ਜਾਣਗੇ ਕਿਸਾਨ ਏਡੀ ਛੇਤੀ ਮੇਰੇ ਵੀਰ ਜੀ ਬਲੂ ਸਟਾਰ ਭੁੱਲ ਗਏ ਸਾਰੇ ਕਿ ਨਹੀਂ ਹਰੇਕ ਜ਼ਖਮ ਦੀ ਟੀਸ ਜਿਹੜੀ ਆ ਦਰਦ ਆ ਉਹ ਸਮੇਂ ਦੇ ਨਾਲ ਨਾਲ ਹੌਲਾ ਹੁੰਦਾ ਤੇ ਜਦੋਂ ਉਹਦੇ ਉੱਤੇ ਮਲਮ ਰੱਖੀ ਜਾਵੇ ਉਹ ਸਹੀ ਹੋ ਜਾਂਦਾ ਛੇਤੀ ਮਲਮ ਆ ਕੇ ਰੱਖੀ ਮੋਦੀ ਨੇ ਉਹੀ ਸੱਜਣ ਕੁਮਾਰ ਆ ਜਿਹਨੂੰ ਕਾਂਗਰਸ ਟਿਕਟ ਦਿੰਦੀ ਸੀ ਉਹੀ ਸੱਜਣ ਕੁਮਾਰ ਆ ਅੱਜ ਉਹਨੂੰ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਆ ਟਿਲ ਦੀ ਲਾਸਟ ਬਰੀਸ ਆਫ ਹਿਜ਼ ਲਾਈਫ ਮੈਂ ਪੜ੍ਹਿਆ ਕਾਨੂੰਨਾਂ ਨੂੰ ਮੈਨੂੰ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਲੱਗੀ ਅੱਗੇ NRI ਪ੍ਰਾਪਰਟੀ ਖਰੀਦਦੇ ਸੀ ਖਰੀਦ ਕੇ ਉਹ ਬਾਹਰ ਚਲ ਜਾਂਦਾ ਸੀ ਜਿਹਨੂੰ ਠੇਕੇ ਤੇ ਦੇ ਕੇ ਜਾਂਦਾ ਸੀ NRI 4-5 ਸਾਲ ਮੁੜਦਾ ਨਹੀਂ ਸੀ ਉਹ ਤਹਿਸੀਲਦਾਰ ਪਟਵਾਰੀ ਨਾਲ ਰਲ ਲਾ ਕੇ ਆਪਣੇ ਨਾਲ ਗਰਦੌਰੀ ਕਰਾ ਲੈਂਦੇ ਸੀ ਇਸ ਕਾਨੂੰਨ ਦੇ ਵਿੱਚ ਇਸ ਚੀਜ਼ ਦੇ ਉੱਤੇ ਤਗੜੇ ਹੋ ਕੇ ਨੱਥ ਪਾਈ ਗਈ ਹੈ ਇਹਦੇ ਵਿੱਚ ਤਾਂ ਤੁਹਾਡੇ ਵੀ ਸੀਨੀਅਰ ਲੀਡਰ ਮੰਨੇ ਨੇ ਕਿ ਠੀਕ ਹੈ ਜੇ ਸਾਡੇ ਕੋਲੋਂ ਗਲਤੀ ਹੋ ਗਈ ਆ ਖਾਲੀ ਡੱਬਾ ਰਹਿਣ ਦਿਓ ਕਾਨੂੰਨ ਰਹਿਣ ਦਿਓ ਜੋ ਕਰਾਉਣਾ ਵਿੱਚ ਕਰਵਾ ਲਓ ਉਹ ਤਾਂ ਮੰਨੇ ਨੇ ਉਹ ਵੀ ਮੰਨੇ ਨੇ ਅਮਿਤ ਸ਼ਾਹ ਹੁਣੀ ਮੰਨੇ ਨੇ ਔਨ ਰਿਕਾਰਡ ਹੋਈ ਗੱਲ ਹੈ ਮੈਂ ਕਹਿੰਦਾ ਚਲੋ ਮੈਂ ਇੱਥੇ ਤਾਈਂ ਵੀ ਕਹਿ ਦੇਣਾ ਵੀ ਮੰਨ ਲਓ ਆਪਾਂ ਕਹਿੰਦੇ ਆਪਾਂ ਕਾਨੂੰਨ ਇਹਨੂੰ ਰੱਦ ਕਰ ਦਈਏ ਸਾਡੇ ਕੋਲ ਬਦਲ ਕੀ ਆ ਸਾਨੂੰ ਪੇਸ਼ ਕਰਨਾ ਚਾਹੀਦਾ ਨਾ ਆਪਾਂ ਕੋਈ ਕੀਤਾ ਕੋਈ ਬਦਲ ਨਹੀਂ ਪੇਸ਼ ਕੀਤਾ ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਿਆਸ ਹੀ ਨਹੀਂ ਲੱਗੀ ਤੇ ਸਾਨੂੰ ਪਾਣੀ ਕਾਹਤੋਂ ਦੇਈ ਜਾਂਦੇ ਜੀ ਢਿੱਕਾ ਫਸ ਗਿਆ ਮੁੱਛ ਦੇ ਸਵਾਲ ਤੇ ਇਹ ਆਪਣਾ ਮੁੱਛ ਦਾ ਸਵਾਲ ਬਣਾਈ ਬੈਠੇ ਆ ਸਰਕਾਰ ਆਪਣੀ ਮੁੱਛ ਦਾ ਸਵਾਲ ਬਣਾਈ ਬੈਠੀ ਹੈ ਬੀਜੇਪੀ ਦੇ ਕਈ ਲੀਡਰ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿੰਦੇ ਨੇ ਅੱਜ ਕੱਲ੍ਹ ਚਰਚਾ ਹੋ ਰਹੀ ਹੈ ਹਰਿੰਦਰ ਸਿੰਘ ਕਾਲੋਂ ਹੋਣਾ ਦੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਜਗ੍ਹਾ ਤੇ ਹੁੰਦਾ ਤੇ ਡੰਡੇ ਮਾਰ ਕੇ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਤਾਂ ਮੇਰੇ ਨਾਲ ਹਰਿੰਦਰ ਸਿੰਘ ਕਾਲੋਂ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਇਹਨਾਂ ਕੋਲ ਕਿਹੜੀ ਡਾਂਗ ਆ ਜਿਹੜੀ ਕਿਸਾਨਾਂ ਦੇ ਫੇਰ ਕੇ ਇਹ ਜੇਲ੍ਹ ਦੇ ਵਿੱਚ ਸਿੱਟ ਦੇਣਗੇ ਕਾਲੋਂ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੇ ਪ੍ਰਧਾਨ ਮੰਤਰੀ ਦੀ ਜਗ੍ਹਾ ਤੇ ਮੈਂ ਹੁੰਦਾ ਮੇਰੀ ਸੋਚ ਵਾਲਾ ਜਾਂ ਮੇਰੇ ਸੁਭਾਅ ਵਾਲਾ ਬੰਦਾ ਹੁੰਦਾ ਤੇ ਮੈਂ ਡਾਂਗਾ ਮਾਰਨੀਆਂ ਸੀ ਕਿਸਾਨਾਂ ਨੂੰ ਤੁਸੀਂ ਕਿਉਂ ਡਾਂਗਾ ਮਾਰਨੀਆਂ ਸੀ ਜਦੋਂ ਪ੍ਰਧਾਨ ਮੰਤਰੀ ਨਹੀਂ ਮਾਰ ਰਹੇ ਮੇਰੇ ਵੀਰ ਬੈ ਕਿਤੇ ਕਿਸਾਨ ਦਾ ਲਫ਼ਜ਼ ਵਰਤਿਆ ਜੋ ਮੇਰੀ ਚੀਜ਼ ਪ੍ਰਚਾਰ ਕੀਤੀ ਗਈ ਕਿਸਾਨ ਲਫ਼ਜ਼ ਲਾ ਕੇ ਮੈਂ ਕਿਤੇ ਕਿਸਾਨ ਦਾ ਲਫ਼ਜ਼ ਨਹੀਂ ਵਰਤਿਆ ਮੈਂ ਕਿਸਾਨਾਂ ਦਾ ਹਮਦਰਦ ਆ ਮੈਂ ਖੁਦ ਕਿਸਾਨ ਪਰਿਵਾਰ ਨਾਲ ਸੰਬੰਧਿਤ ਆ ਮੇਰੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰ ਕਿਸਾਨ ਆ ਮੈਂ ਤਾਂ ਜਿਹੜੀ ਗੱਲ ਵਿੱਚੋਂ ਛੱਡਤੀ ਸੀ ਕਹੀ ਮੈਂ ਤਾਂ ਉਹ ਗੱਲ ਕਹੀ ਸੀ ਵੀ ਜਿਹੜਾ 5 ਏਕੜ ਤੋਂ ਲੈ ਕੇ 15 ਏਕੜ ਤੱਕ ਦਾ ਕਿਸਾਨ ਆ ਉਹਦੀ ਆਰਥਿਕ ਹਾਲਤ ਇੰਨੀ ਪਤਲੀ ਆ ਇੰਨਾ ਨਿਘਾਰ ਉਹਦੀ ਹਾਲਤ 'ਚ ਆ ਚੁੱਕਿਆ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੱਲ ਕਰਨਾ ਚਾਹੀਦਾ ਉਹਦੇ ਇਕੱਲਾ ਕਿਸਾਨ ਦਾ ਭੱਠਾ ਨਹੀਂ ਬੈਠ ਰਿਹਾ ਤਕਰੀਬਨ ਹਰੇਕ ਜਿਹੜਾ ਬਿਜ਼ਨਸ ਪੰਜਾਬ ਦਾ ਆ ਉਹਦਾ ਇਸ ਵੇਲੇ ਖਾਤਮਾ ਹੋ ਚੁੱਕਾ ਆ ਜਿਹੜੀ ਗੱਲ ਕਹੀ ਸੀ ਮੈਂ ਉਸ ਤੋਂ ਨਹੀਂ ਮੁੱਕਰਦਾ ਮੈਂ ਇਹ ਕਿਹਾ ਸੀ ਵੀ ਕਾਮਰੇਡੀ ਸੋਚ ਵਾਲੇ ਉਹਦੇ ਮੈਂ ਕਿਹਾ ਵੀ ਕਾਮਰੇਡ ਮੈਂ ਉਦਾਹਰਨ ਵੀ ਦਿੱਤੀ ਵੀ ਇੱਦਾਂ 2 ਭਰਾ ਸੀਗੇ ਇੱਕ ਦਾਰੂ ਪੀ ਕੇ ਆਪਣੀ ਜ਼ਮੀਨ ਵੇਚ ਗਿਆ ਤੇ ਮੁੜ ਕੇ ਉਹ ਕਹਿੰਦਾ ਜੀ ਵੀ ਸਾਰਿਆਂ ਨੂੰ ਹੱਕ ਵੰਡ ਕੇ ਖਾਣਾ ਚਾਹੀਦਾ ਮੈਂ ਤਾਂ ਉਹ ਸੋਚ ਦੀ ਗੱਲ ਕੀਤੀ ਹੈ ਬਾਕੀ ਡਾਂਗਾ ਮਾਰਨ ਵਾਲਾ ਮੈਂ ਕੌਣ ਹੁੰਦਾ ਕਿਉਂਕਿ ਸੋਚ ਦੀ ਜਦੋਂ ਮੈਂ ਗੱਲ ਕੀਤੀ ਤਾਂ ਮੈਂ ਇਹੀ ਨਾਲ ਮੈਂ ਤਾਰੀਫ ਕਰਨ ਲਈ ਕਿ ਮੋਦੀ ਸਾਹਿਬ ਤੁਸੀਂ ਦੱਸ ਦਿਓ ਕਿ ਨਹੀਂ ਠੰਡੇ ਸੁਭਾਅ ਦੇ ਉਹ ਕਿਸੇ ਦੇ ਖਿਲਾਫ ਕੋਈ ਲਫ਼ਜ਼ ਬੋਲਦੇ ਆ ਪਰ ਤੁਹਾਡੇ ਕੁਝ ਸ਼ਬਦ ਤਾਂ ਇਹ ਨਿਕਲੇ ਨੇ ਕਿ ਜੇ ਮੈਂ ਹੁੰਦਾ ਤੇ ਡੰਡੇ ਮਾਰ ਕੇ ਭਜਾਉਂਦਾ ਇਹਨਾਂ ਇਹ ਨਹੀਂ ਕਿ ਮੈਂ ਹੁੰਦਾ
ਮੈਂ ਕਿਹਾ ਕੋਈ ਗਰਮ ਦਿਮਾਗ ਵਾਲਾ ਮੇਰੇ ਵਰਗਾ ਗਰਮ ਦਿਮਾਗ ਵਾਲਾ ਹੁੰਦਾ ਤੇ ਉਹ ਡੰਡੇ ਮਾਰ ਮਾਰ ਕੇ ਇਹਨਾਂ ਨੂੰ ਅੰਦਰ ਕਰ ਦਿੰਦਾ। ਵੈਸੇ ਇਸ ਤੋਂ ਮੁਨਕਰ ਨਹੀਂ ਹੈਗਾ, ਕਈ ਆ, ਕਿਉਂਕਿ ਕੋਈ ਇਹ ਕਿਤੇ ਨਾ ਕਿਤੇ ਜੇ ਤੁਸੀਂ ਕਿਸਾਨੀ ਪਰਿਵਾਰ 'ਚ ਸੰਬੰਧ ਰੱਖਦੇ ਹੋ ਤਾਂ ਉੱਥੇ ਤਾਂ ਕੋਈ ਵੀ ਗਰਮ ਦਲੀਆ ਨਹੀਂ, ਕੋਈ ਵੀ ਉੱਥੇ ਇਸ ਵੇਲੇ ਜੇ ਇਕੱਲਾ ਕਿਸਾਨ ਹੈ, ਕਿਉਂਕਿ ਉੱਥੇ ਅਕਾਲੀ ਦਲ ਦੇ ਵੀ ਬੈਠੇ ਨੇ, ਉੱਥੇ ਕਾਂਗਰਸ ਦੇ ਵੀ ਬੈਠੇ, ਉੱਥੇ ਆਪ ਦੇ ਵੀ ਬੈਠੇ ਨੇ, ਤੇ ਜਿਹੜਾ ਕਿਸਾਨ ਪਰਿਵਾਰ ਨਾਲ ਬੀਜੇਪੀ ਵਾਲਾ ਸੰਬੰਧ ਰੱਖਦਾ ਉਹ ਵੀ ਉੱਥੇ ਬੈਠਾ, ਉੱਥੇ ਕਾਮਰੇਡ ਵੀ ਬੈਠੇ ਨੇ, ਜਦ ਕਿ ਉੱਥੇ ਬੈਠਾ ਤਾਂ ਕਿਸਾਨ ਹੈ, ਫਿਰ ਉੱਥੇ ਕਾਮਰੇਡ ਕਿੱਥੋਂ ਆ ਗਏ? ਸੁਣ ਲਓ ਕਿੱਥੋਂ ਆ ਗਏ। ਮੈਨੂੰ ਦੱਸੋ ਜੋਗਿੰਦਰ ਯਾਦਵ ਦੀ ਕਿੰਨੀ ਜ਼ਮੀਨ, ਕਿਹੜੀ ਜ਼ਮੀਨ ਆ? ਹਨਨ ਮੌਲਾ ਦੀ ਕਿਹੜੀ ਜ਼ਮੀਨ ਆ? ਜਿੰਨੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਇਹ ਉਹਨਾਂ ਦੇ ਚੌਧਰੀ ਬਣ ਕੇ ਉੱਥੇ ਗੱਲਾਂ ਕਰਦੇ ਆ। ਔਰ ਸ਼ਾਇਦ ਮੈਨੂੰ ਨਹੀਂ ਪਤਾ, ਤੁਹਾਡੇ ਪੱਤਰਕਾਰਾਂ 'ਚ ਤੇ ਨੋਟਿਸ ਹੋਣੀ ਚਾਹੀਦੀ ਆ ਕਿ ਉਦੋਂ ਪਿੱਛੇ ਜੇ ਇਹਨਾਂ ਦੀ 10ਵੀਂ ਕਿ 9ਵੀਂ ਮੀਟਿੰਗ ਹੋਈ ਆ, ਇਹਨਾਂ ਦਾ ਅੰਦਰ ਸਾਰਾ ਫੈਸਲਾ ਹੋ ਗਿਆ। ਇਹਨਾਂ ਸਾਰਿਆਂ ਨੂੰ ਜੱਫੀਆਂ ਪਾਈਆਂ, ਇਹਨਾਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਆਹ ਜਿਨ੍ਹਾਂ ਬੰਦਿਆਂ ਦੇ ਮੈਂ ਨਾਂ ਲੈਣਾ, ਇਹ ਕਹਿੰਦੇ ਯਾਰ ਤੁਸੀਂ ਕਾਹਲੇ ਕਿਉਂ ਪੈਂਦੇ ਆ, ਚਲੋ ਆਪਾਂ ਬਾਹਰ ਜਲ ਕੇ ਸਲਾਹ ਕਰਕੇ ਫੈਸਲਾ ਕਰਦੇ ਆ। ਬਾਹਰ ਆ ਕੇ ਮੀਟਿੰਗ 'ਚ ਹੁੰਦੇ ਹੀ ਨਹੀਂ ਸੀ ਕਾਲੋ ਸਾਹਿਬ, ਇਹ ਮੀਟਿੰਗ 'ਚ ਨਹੀਂ ਸੀ ਹੁੰਦੇ। ਉਹ ਸੁਣ ਲਓ ਗੱਲ, ਬਾਹਰ ਆ ਕੇ ਉਹ ਸਾਰਾ ਕੁਝ, ਬਾਹਰ ਆ ਕੇ ਇਹਨਾਂ ਨੇ ਬਹਿਣਾ ਸੀ ਵਿੱਚ। ਦਰਸ਼ਨਪਾਲ ਹੈਗਾ ਸੀ ਕਿ ਨਹੀਂ ਵਿੱਚ? ਹੈਗਾ ਸੀ ਕਿ ਨਹੀਂ? ਬਸ ਫਿਰ ਜਦੋਂ ਬਾਹਰ ਆਏ ਨੇ ਕਿਹਾ ਵੋਟਾਂ ਪਵਾ ਲਓ, ਪਈਆਂ ਕਿ ਨਹੀਂ? 17-15 ਦੀ ਗਿਣਤੀ ਹੋਈ ਕਿ ਨਹੀਂ ਹੋਈ? ਉਹ ਸਾਰਾ ਮਸਲਾ ਹੀ ਉਲਟਾਤਾ। ਦੇਖੋ ਅੱਜ ਹਰ ਬੰਦਾ ਦੁਖੀ ਆ। ਜੇ ਮੇਰਾ ਕਿਸਾਨ ਪਰਿਵਾਰ ਆ ਤਾਂ ਮੈਂ ਵੀ ਦੁਖੀ ਆ। ਕਿੰਨਾ ਚਿਰ ਹੋ ਗਿਆ ਆਪਾਂ ਨੂੰ ਧੱਕੇ ਖਾਂਦਿਆਂ ਨੂੰ। ਬਤੌਰ ਕਿਸਾਨ ਲੱਗਦਾ ਤੁਹਾਨੂੰ ਕਿ ਇਹ ਕਾਨੂੰਨ ਠੀਕ ਨੇ? ਦੇਖੋ ਜਿੰਨਾ ਮੈਂ ਪੜ੍ਹਿਆ ਕਾਨੂੰਨਾਂ ਨੂੰ, ਮੈਨੂੰ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਲੱਗੀ। ਕੰਟਰੈਕਟ ਦਾ ਇਹਨਾਂ ਨੇ ਰੌਲਾ ਪਾਇਆ। ਦੇਖੋ ਭਲੇ ਸਮੇਂ ਵਿੱਚ, ਸ਼ਾਇਦ ਤੁਹਾਡੇ ਜਨਮ ਤੋਂ ਪਹਿਲਾਂ ਦੀ ਗੱਲ ਆ, 1960 ਵਿੱਚ ਭਾਖੜਾ ਡੈਮ ਬਣਿਆ। ਉਦੋਂ ਇਹੀ ਕਾਮਰੇਡੀ ਸੋਚ ਵਾਲੇ ਪਿੰਡਾਂ 'ਚ ਪ੍ਰਚਾਰ ਕਰਦੇ ਸੀ, ਉਹ ਜੱਟੋ ਪਾਣੀ 'ਚੋਂ ਕੰਮ ਦੀ ਚੀਜ਼ ਕੱਢ ਲਈ, ਫੋਕਾ ਪਾਣੀ ਤੁਹਾਨੂੰ ਦੇਤਾ, ਤੁਹਾਡੀਆਂ ਫਸਲਾਂ ਕਿੱਥੋਂ ਹੋਣੀਆਂ? ਅੱਜ ਉਹ ਗੱਲ ਇਹਨਾਂ ਨੇ ਇਹ ਕਹਿ ਘਰ ਚਲਾਤੀ ਵੀ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਖੋਲ੍ਹਣੀਆਂ। ਇਹੀ ਚਲਾਈ ਆ ਨਾ। ਮੁੱਢ ਕਦੀਮ ਤੋਂ ਅਸੀਂ ਠੇਕੇ 'ਤੇ ਜ਼ਮੀਨਾਂ ਦੇ ਆਉਂਦੇ, ਔਰ ਬਕਾਇਦਾ ਠੇਕਾ ਜਿਹੜਾ ਕੰਟਰੈਕਟ ਨਹੀਂ ਹੈਗਾ, ਉਹ 'ਚ ਆਪਾਂ ਜਿਹਨੂੰ ਦੇਣੇ ਉਹਨਾਂ ਕੰਟਰੈਕਟ ਕਰਦੇ ਆ ਕਿ ਭਾਈ ਪਹਿਲੀ ਫਸਲ ਦੇ ਉੱਤੇ ਇੰਨਾ ਠੇਕਾ ਲੈਣਾ, ਦੂਜੀ 'ਤੇ ਇੰਨਾ ਲੈਣਾ, ਜਿੱਦਾਂ ਦੀ ਤੈਨੂੰ ਜ਼ਮੀਨ ਦਿੱਤੀ ਉੱਦਾਂ ਦੀ ਜ਼ਮੀਨ ਵਾਪਸ ਲੈਣੀ ਹੈ। ਕਰਦੇ ਕਿ ਨਹੀਂ ਕਰਦੇ? ਹੁੰਦਾ ਕੀ ਸੀਗਾ, ਅੱਗੇ NRI ਪ੍ਰਾਪਰਟੀ ਖਰੀਦਦੇ ਸੀ, ਖਰੀਦ ਕੇ ਉਹ ਬਾਹਰ ਚਲ ਜਾਂਦਾ ਸੀ। ਜਿਹਨੂੰ ਠੇਕੇ 'ਤੇ ਦੇ ਕੇ ਜਾਂਦਾ ਸੀ, NRI 4-5 ਸਾਲ ਮੁੜਦਾ ਨਹੀਂ ਸੀ, ਉਹ ਤਹਿਸੀਲਦਾਰ ਪਟਵਾਰੀਆਂ ਰਲ ਕੇ ਆਪਣੇ ਨਾਲ ਗਰਦੌਰੀ ਕਰਾ ਲੈਂਦੇ ਸੀ। ਜਦੋਂ ਬਾਹਰ ਆਉਂਦਾ ਸੀ ਉਹਨੂੰ ਕਹਿੰਦੇ ਕਾਨੂੰਨ ਮੁਤਾਬਕ ਲੈ ਲਾ। ਨਾ ਉਹਦੇ ਕੋਲ ਛੁੱਟਦੀ ਸੀ ਤੇ ਨਾ ਉਹ ਜ਼ਮੀਨ ਦਾ ਮਾਲਕੀ ਉਹ ਕੋਲ ਰਹਿੰਦੀ ਸੀ। ਇਸ ਕਾਨੂੰਨ ਦੇ ਵਿੱਚ ਇਸ ਚੀਜ਼ ਦੇ ਉੱਤੇ ਤਗੜੇ ਹੋ ਕੇ ਨੱਥ ਪਾਈ ਗਈ ਹੈ। ਉਹ 'ਚ ਕਿਹਾ ਗਿਆ ਵੀ ਮਾਲਕੀ ਕਿਸਾਨ ਦੀ, ਉਹਦੀ ਜ਼ਮੀਨ 'ਤੇ ਕੋਈ ਕਰਜ਼ਾ ਨਹੀਂ ਲੈ ਸਕਦਾ। ਜਿਹਨੇ ਕੰਟਰੈਕਟ ਕੀਤਾ ਆ ਉਹ ਸਾਲ ਤੋਂ ਲੈ ਕੇ 5 ਸਾਲ ਦਾ ਕੰਟਰੈਕਟ ਕਰ ਸਕਦਾ। ਅਗਰ ਕੰਟਰੈਕਟ ਦੇ ਵਿੱਚ ਉਹ ਉੱਥੇ ਜ਼ਮੀਨ ਉੱਤੇ ਕੋਈ ਕੋਠਾ, ਢਾਰਾ, ਖੁਰਲੀ ਕੁਝ ਵੀ ਬਣਾਉਂਦਾ ਤੇ ਕੰਟਰੈਕਟ ਖਤਮ ਹੋਣ ਤੋਂ ਬਾਅਦ ਉਹਨੂੰ ਚੱਕਣਾ ਪਊ। ਨਹੀਂ ਚੁੱਕਦਾ ਮਹੀਨੇ ਖੰਡ ਦੇ ਵਿੱਚ ਤੇ ਉਹ ਸਾਰੀ ਚੀਜ਼ ਜਿਹੜੀ ਪ੍ਰਾਪਰਟੀ ਆ ਉਹ ਕਿਸਾਨ ਦੀ ਮਾਲਕੀ ਹੋਊਗੀ। ਇਹ ਜਿਹੜਾ ਮਸਲਾ ਵਾ ਇਹ ਕਾਫੀ ਇੱਥੇ ਡਿਸਕਸ਼ਨ ਕੀਤੀ ਜਾ ਸਕਦੀ ਹੈ। ਜੇ ਇਹ ਵਾਲੇ ਇਧਰ ਨੂੰ ਤੁਰ ਪਈਏ, ਆਪਾਂ ਤੁਹਾਡੇ ਬਿਆਨ ਵਾਲੇ ਪਾਸੇ ਰਹਿੰਦੇ ਆ ਕਿ ਨਵਾਂ ਤੁਹਾਨੂੰ ਅਹੁਦਾ ਮਿਲਿਆ ਪਾਰਟੀ ਦੇ ਵਿੱਚ, ਇੱਕ ਵੱਡਾ ਅਹੁਦਾ ਸੀਗਾ। ਪਹਿਲੀ ਮੈਨੂੰ ਲੱਗਦਾ ਕਿ ਵੱਡੇ ਅਹੁਦੇ ਤੋਂ ਬਾਅਦ ਸਪੀਚ ਤੁਸੀਂ ਉੱਥੇ ਦਿੱਤੀ, ਤੇ ਇੰਨੀ ਗਰਮ ਸਪੀਚ ਕਿਉਂ ਦੇਤੀ ਤੁਸੀਂ ਉੱਥੇ? ਕਿਸਾਨ ਤੁਹਾਨੂੰ ਲੱਭਦੇ ਫਿਰਦੇ ਨੇ ਬਾਹਰ। ਚਲੋ ਜੀ, ਕਿਸਾਨ ਲੱਭਦੇ ਆ ਜਿੱਥੇ ਮੈਨੂੰ ਕਹਿਣ ਮੈਂ ਆਪ ਚਲੇ ਜਾਣਾ, ਕਿਉਂਕਿ ਕਿਸਾਨ ਮੇਰੇ ਕੋਈ ਦੁਸ਼ਮਣ ਥੋੜੇ, ਪਾਕਿਸਤਾਨੋਂ ਥੋੜਾ ਆਏ, ਮੇਰੇ ਭਰਾ ਹੀ ਆ। ਰਾਜੇਵਾਲ ਸਾਹਿਬ ਕਹਿੰਦੇ ਇੱਕ ਕਾਲੋਂ ਆ, ਕਹਿੰਦੇ ਭੁੱਤਰਿਆ ਫਿਰਦਾ, ਨਾਨੀ ਚੇਤੇ ਕਰਾ ਦਿਆਂਗੇ ਕਹਿੰਦੇ ਉਹਨੂੰ। ਚਲੋ ਇਹ ਸਾਰੇ ਹੀ ਕਹਿੰਦੇ ਆ, ਕਹਿਣਾ ਵੀ ਬਣਦਾ ਆ। ਗਲਤੀ ਹੋਈ ਹੈ, ਉਹ ਬਿਆਨ ਨਹੀਂ ਸੀ ਦੇਣਾ ਚਾਹੀਦਾ। ਦੇਖੋ ਮੈਂ ਇਹ ਗੱਲ ਕਹਿਣਾ ਹੈ ਕਿ ਜਦੋਂ ਕੋਈ ਵੀ ਨੇਤਾ ਬੋਲਦਾ ਸਟੇਜ ਤੇ, ਕਿਤੇ ਨਾ ਕਿਤੇ ਲਫ਼ਜ਼ਾਂ ਦੀ ਏੜ ਗੇੜ ਹੋ ਜਾਂਦੀ ਹੈ। ਹੋਈ ਹੈ, ਤੁਸੀਂ ਮੰਨਦੇ ਹੋ ਕਿ ਹੋਈ ਹੈ? ਹੋਊਗੀ, ਨਿਕਲ ਗਿਆ ਜਿਹੜਾ ਮੂੰਹ ਚੋਂ, ਜਜ਼ਬਾਤ ਦੇ ਰੌਂ ਦੇ ਵਿੱਚ ਜਿਹੜੀ ਚੀਜ਼ ਨਿਕਲ ਗਈ। ਸਾਡੇ ਮਨ 'ਚ ਵੀ ਦੁੱਖ ਤਾਂ ਹੈਗਾ ਹੀ ਆ ਨਾ, ਜਿਹੜੀ ਰੌਂ 'ਚ ਨਿਕਲ ਗਈ। ਹੁਣ ਨਵਜੋਤ ਸਿੰਘ ਸਿੱਧੂ ਹੋਣਾ ਕਿਹਾ ਜੀ ਮੈਂ ਇੱਟ ਦਾ ਇੱਟ ਖੜਕਾ ਦੂੰਗਾ, ਉਹਨੇ ਇੱਟ ਖੜਕਾਤੀ, ਕਿਸੇ ਨੇ ਰੌਲਾ ਪਾਇਆ। ਹੁਣ ਵਿਰੋਧ ਤਾਂ ਉਹਦਾ ਵੀ ਪੂਰਾ ਹੋਇਆ ਜੀ ਉਸ। ਅੱਛਾ, ਹੁਣ ਚਲੋ ਆਪਾਂ ਕਿਸਾਨ ਵੀਰਾਂ ਵੱਲ ਹੀ ਆ ਜਾਂਦੇ ਹਾਂ। ਉੱਥੇ ਖੜ ਕੇ ਕਹਿਣਾ ਹਾਏ ਹਾਏ ਮੋਦੀ ਮਰ ਜਾ ਤੂੰ, ਇਹ ਜਾਇਜ਼ ਆ? ਜਾਂ ਆਪਾਂ ਹੁਣ ਇਹਨਾਂ ਨੇ ਅੱਜ ਕੱਲ੍ਹ ਪਰਸੋਂ ਦੀ ਗੱਲ ਹੈ ਕਿ ਮੋਦੀ ਜਾਇਜ਼ ਆ? ਇਹੋ ਜੀ ਸ਼ਬਦਾਵਲੀ ਤਾਂ ਨਹੀਂ ਵਰਤਣੀ ਚਾਹੀਦੀ। ਮੈਂ ਇਸ ਚੀਜ਼ ਦੇ ਹੱਕ 'ਚ, ਮੇਰੀ ਗੱਲ ਸੁਣੋ, ਇੱਕ ਇਹਦੇ ਵਿੱਚ ਇਹ ਹੈ ਕਿ ਜੇ ਸਾਡੇ ਘਰ ਦਾ ਮੁਖੀ ਹੈ, ਜੇ ਉਹਦੇ ਹੱਥ 'ਚ ਫੈਸਲੇ ਲੈਣਾ ਆ ਕਿ ਗਲਤ ਜਾਂ ਸਹੀ, ਤੇ ਉਹਨਾਂ ਨੂੰ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਕਿ 1 ਸਾਲ ਤੋਂ ਕਿਸਾਨ ਸੜਕਾਂ ਤੇ ਬੈਠੇ ਆ। ਜੇ ਸਾਡਾ ਕਿਸਾਨ ਸੜਕਾਂ ਤੇ ਬੈਠਾ ਤਾਂ ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਗੱਲ ਸੁਣ ਲੈਣੀ ਚਾਹੀਦੀ ਹੈ ਇੱਕ ਵਾਰੀ। ਮੈਂ ਤੁਹਾਡੀ ਗੱਲ ਤੁਹਾਡੀ ਨਾਲ ਸਹਿਮਤ ਆ,
ਪਰ ਗੱਲ ਸੁਣਾਉਣ ਵਾਲਾ ਤਿਆਰ ਵੀ ਹੋਵੇ ਸੁਣਾਉਣ ਨੂੰ। ਹੁਣ ਦੇਖੋ ਤੁਸੀਂ ਸਾਰੇ ਪੰਜਾਬ 'ਚ ਰਹਿ ਰਹੇ ਆ, ਪੰਜਾਬ 'ਚ ਅੰਦੋਲਨ ਚੱਲਿਆ, ਸਾਡੀ ਮੰਗ ਸੀ MSP ਤੇ ਮੰਡੀਆਂ ਦੀ, ਇਹੀ ਮੰਗ ਸੀ। ਕੈਪਟਨ ਸਾਹਿਬ ਨੇ ਜ਼ਿੰਮੇਵਾਰੀ ਚੁੱਕੀ ਸੀ ਵੀ ਮੈਂ ਇੱਥੇ ਨਬੇੜਾ ਕਰ ਲੂੰਗਾ, ਨਹੀਂ ਕੀਤਾ। ਕਿਉਂ ਨਹੀਂ ਕੀਤਾ? ਇਹ ਉਹਨਾਂ ਦੀਆਂ ਰਾਜਨੀਤੀ ਦੀਆਂ ਗੱਲਾਂ। ਇਹ ਦਿੱਲੀ ਤੁਰ ਪਏ। ਹੁਣ ਉਹ ਦਿੱਲੀ ਤੁਰਦਿਆਂ ਤੁਰਦਿਆਂ ਕਾਨੂੰਨ ਕਾਲੇ ਹੋ ਗਏ ਸਾਰੇ, ਰਾਹ 'ਚੋਂ ਕਿਹੜਾ ਚੱਕੜ ਲੱਗ ਗਿਆ ਜੀ ਉਹਨੂੰ। ਹੁਣ ਵੀ ਮੈਂ ਵੀ ਇਸ ਧਾਰਨਾ ਦਾ ਆ ਵੀ ਦੇਖੋ ਸੰਵਿਧਾਨ 'ਚ ਕਿੰਨੀਆਂ ਸੋਧਾਂ ਅੱਜ ਤੱਕ ਹੋ ਚੁੱਕੀਆਂ, ਇਸ ਕਾਨੂੰਨ 'ਚ ਸੋਧਾਂ ਨਹੀਂ ਹੋ ਸਕਦੀਆਂ। ਆਪਾਂ ਦਸੀਏ ਤਾਂ ਸਹੀ, ਆਪਾਂ ਤਾਂ ਜਾ ਕੇ ਉੱਥੇ ਕੁਰਸੀ ਢਾਹ ਕੇ ਤੇ ਪਿੱਛੇ ਨੂੰ ਮੂੰਹ ਕਰਕੇ ਬਹਿ ਜਾਂਦੇ ਹਾਂ। ਗੱਲਬਾਤ ਕਿਵੇਂ ਹੋਵੇ? ਤਾਂ ਦੇਖੋ ਵੀ ਇਹਦੇ ਵਿੱਚ ਤਾਂ ਤੁਹਾਡੇ ਵੀ ਸੀਨੀਅਰ ਲੀਡਰ ਮੰਨੇ ਨੇ ਕਿ ਠੀਕ ਹੈ ਜੇ ਸਾਡੇ ਕੋਲੋਂ ਗਲਤੀ ਹੋ ਗਈ ਆ, ਖਾਲੀ ਡੱਬਾ ਰਹਿਣ ਦਿਓ, ਕਾਨੂੰਨ ਰਹਿਣ ਦਿਓ, ਜੋ ਕਰਾਉਣਾ ਵਿੱਚ ਕਰਵਾ ਲਓ। ਉਹ ਤਾਂ ਮੰਨੇ ਨੇ, ਉਹ ਵੀ ਮੰਨੇ ਨੇ, ਅਮਿਤ ਸ਼ਾਹ ਹੁਣੀ ਮੰਨੇ ਨੇ, ਔਨ ਰਿਕਾਰਡ ਹੋਈ ਗੱਲ ਹੈ। ਮੈਂ ਤੁਹਾਡੀ ਗੱਲ ਜਿਹੜੀ ਆ, ਤੁਸੀਂ ਜੋ ਕਹਿੰਦੇ ਆ, ਤੁਹਾਡਾ ਕਹਿਣਾ ਵੀ ਠੀਕ ਆ। ਹੁਣ ਮੈਨੂੰ ਇਹ ਦੱਸੋ, ਜੇ ਆਪਾਂ ਨਾ ਮੈਂ ਹੁਣੇ ਅਮੈਂਡਮੈਂਟ ਦੀ ਗੱਲ ਕੀਤੀ ਹੈ ਨਾ, ਕਿੰਨੀਆਂ ਹੋਈਆਂ ਇਹ ਵੀ ਕਰ ਲੈਨੇ ਆ ਕਿ ਇਹੀ ਕਿਹਾ ਹੈ ਨਾ ਵੀ ਜੋ ਕੁਝ ਇਹ 'ਚ ਕਾਲਾ ਹੈਗਾ ਦੱਸੋ, ਉਹਨੂੰ ਚਿੱਟਾ ਕਰ ਦਿੰਦੇ ਆ। ਮੈਂ ਕਹਿੰਦਾ ਚਲੋ ਮੈਂ ਇੱਥੇ ਤਾਈਂ ਵੀ ਕਹਿ ਦੇਣਾ ਵੀ ਮੰਨ ਲਓ ਆਪਾਂ ਕਹਿੰਦੇ ਆਪਾਂ ਕਾਨੂੰਨ ਇਹਨੂੰ ਰੱਦ ਕਰ ਦਈਏ, ਸਾਡੇ ਕੋਲ ਬਦਲ ਕੀ ਆ? ਸਾਨੂੰ ਪੇਸ਼ ਕਰਨਾ ਚਾਹੀਦਾ ਨਾ। ਆਪਾਂ ਕੋਈ ਕੀਤਾ? ਕੋਈ ਬਦਲ ਨਹੀਂ ਪੇਸ਼ ਕੀਤਾ। ਖਾਲੀ ਹੈ ਨਾ ਵੀ ਕਾਲੋ ਸਾਹਿਬ ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਿਆਸ ਹੀ ਨਹੀਂ ਲੱਗੀ ਤੇ ਸਾਨੂੰ ਪਾਣੀ ਕਾਹਤੋਂ ਦੇਈ ਜਾਂਦੇ ਜੀ। ਜੇ ਪਿਆਸ ਨਹੀਂ ਲੱਗੀ ਪਾਣੀ ਕਿਉਂ ਦਿੰਦੇ? ਗੱਡੀ ਚਲਾਉਂਦੇ ਤੁਸੀਂ ਕਿਉਂ ਬੈਲਟ ਲਾਉਂਦੇ ਆ? ਤੁਹਾਨੂੰ ਤਾਂ ਨਹੀਂ ਤੁਸੀਂ ਆੜਤੀਏ ਵਿੱਚੋਂ ਮਜਬੂਰੀ ਆ ਤੁਹਾਡੀ ਆਪਣੀ ਸੇਫਟੀ ਲਈ ਬੈਲਟ ਲਾਉਂਦੇ ਆ। ਜੇ ਉਹਨਾਂ ਨੇ ਪਾਇਆ ਇਹਨਾਂ ਦੇ ਖਾਤਿਆਂ ਵਿੱਚ 2-2 ਹਜ਼ਾਰ ਰੁਪਈਆ ਕੁਆਟਰਲੀ ਪਾਇਆ, ਫਿਰ ਰਿਫਿਊਜ਼ ਕਰ ਦਿੰਦੇ, ਕਿਉਂ ਚੁੱਪ ਕਰਕੇ ਲੈ ਲੈ? ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਗਏ ਆ, ਇਹਨਾਂ ਦੇ ਭਲੇ ਲਈ ਪਾਏ ਆ। ਵਿੱਚੋਂ ਹੋਰ ਆੜਤੀ ਜਾਂ ਦੂਜੇ ਤੀਜੇ ਛੱਕ ਜਾਂਦੇ ਸੀ, ਪੂਰੇ ਦੇ ਪੂਰੇ ਪੈਸੇ ਦੇ ਖਾਤਿਆਂ 'ਚ ਗਏ ਆ, ਇਹਨਾਂ ਦੇ ਭਲੇ ਲਈ ਗਏ ਆ। ਫਿਰ ਵੀ ਜਿਹੜੀ ਗੱਲ ਆ, ਕੋਈ ਵੀ ਦੇਖੋ ਪਰਿਵਾਰ ਦੇ ਵਿੱਚ ਵੀ ਕੋਈ ਵਾਦ ਵਿਵਾਦ ਹੁੰਦਾ ਆ, ਕਿਤੇ ਕੋਈ ਟਕਰਾ ਆ ਸਕਦਾ ਆ, ਤਾਂ ਪਰਿਵਾਰ ਵੀ ਤਾਂ ਬਹਿ ਕੇ ਹੀ ਹੱਲ ਕਰਦਾ। ਤੁਹਾਡੇ ਤੇ ਕਰਨੀ ਆ ਉਹ ਨਾ ਸਵੇਰੇ ਸੱਦਾ ਦਵਾ ਦਿੰਦੇ ਆ, ਦਵਾ ਦਿਓ। ਉਹ ਤਾਂ ਕਹਿੰਦੇ ਆ ਸਾਡੇ ਨਾਲ ਮੀਟਿੰਗ ਕਰਵਾਓ, ਦਵਾ ਦਿਓ, ਤੁਸੀਂ ਦਵਾ ਦਿਓ। ਕਿੰਨਾ ਦਵਾਓਗੇ? ਗੱਲ ਕਰਵਾਓ ਤੁਸੀਂ, ਮੈਂ ਕਰ ਦਿੰਦਾ, ਰਾਜੇਵਾਲ ਸਾਹਿਬ ਨਾਲ ਕਰਦਾ ਮੈਂ ਗੱਲ। ਵਿਦਆਊਟ ਸ਼ਰਤ ਹੋਊਗੀ। ਵਿਦਆਊਟ ਸ਼ਰਤ ਤੋਂ ਕਹਿੰਦੇ ਸਰਕਾਰ ਵੱਲੋਂ ਵੀ ਵਿਦਆਊਟ ਸ਼ਰਤ ਹੋਣੀ ਚਾਹੀਦੀ ਹੈ। ਫਿਰ ਵੀ ਵਿਦਆਊਟ ਸ਼ਰਤ ਹੀ ਆ। ਜਦੋਂ ਇਹ ਨਹੀਂ ਕਾਨੂੰਨਾਂ ਦੇ ਉੱਤੇ ਗੱਲ ਕਰਨੀ ਅਸੀਂ। ਨਹੀਂ ਦੇਖੋ ਗੱਲ ਪਤਾ ਕੀ ਆ, ਹੁਣ ਇਸ ਵੇਲੇ ਅੜਿੱਕਾ ਜਿਹੜਾ ਫਸ ਗਿਆ ਨਾ, ਅੜਿੱਕਾ ਫਸ ਗਿਆ ਮੁੱਛ ਦੇ ਸਵਾਲ ਤੇ। ਇਹ ਆਪਣਾ ਮੁੱਛ ਦਾ ਸਵਾਲ ਬਣਾਈ ਬੈਠੇ ਆ, ਸਰਕਾਰ ਆਪਣੀ ਮੁੱਛ ਦਾ ਸਵਾਲ ਬਣਾਈ ਬੈਠੀ ਆ। ਹੁਣ ਇਹਨੂੰ ਕਿਸੇ ਨਾ ਕਿਸੇ ਤਰੀਕੇ ਕੁਛ ਨਾ ਕੁਛ ਕਰਕੇ ਹੀ ਹੱਲ ਨਿਕਲਣਾ। ਪਰ ਹੈ ਸਾਡੇ ਪੰਜਾਬ ਲਈ, ਸਾਡੇ ਲੋਕਾਂ ਲਈ ਇਹ ਦੁਖਦਾਈ ਆ। ਗੱਲ ਇਹ ਹੈ ਕਿ ਤੁਹਾਡੇ ਬਿਆਨ ਤੇ ਇਸ ਕਰਕੇ ਜ਼ਿਆਦਾ ਨਾਰਾਜ਼ਗੀ ਜਤਾ ਰਹੇ ਹਨ। ਇੱਕ ਤਾਂ ਤੁਸੀਂ ਕਿਸਾਨ ਪਰਿਵਾਰ ਤੋਂ, ਠੀਕ ਹੈ ਜੀ, ਇੱਕ ਤੁਹਾਡਾ ਤੁਸੀਂ ਜੱਟ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ। ਉਹ ਕਹਿੰਦੇ ਵੀ ਜੱਟ ਭਰਾ ਹੀ ਜੱਟ ਦਾ ਇੱਕ ਵੈਰੀ ਬਣ ਕੇ ਬਹਿ ਗਿਆ। ਕਹਿੰਦੇ ਦੇਖੋ ਗੱਲ ਇਹ ਆ ਵੀ ਜੋ ਕਹਿੰਦੇ ਵੈਰੀ ਬਣ ਕੇ ਨਹੀਂ ਬਹਿ ਗਿਆ, ਜੇ ਅਸੀਂ ਸੁਹਿਰਦ ਨਾ ਹੋਈਏ ਸਾਨੂੰ ਕੀ ਲੋੜ ਆ ਉੱਥੇ ਗੱਲਾਂ ਕਰਨ ਦੀ। ਅਸੀਂ ਜਿੱਦਾਂ ਪੋਲੀਟੀਕਲ ਬੰਦੇ ਕਰਦੇ ਆ, ਅਸੀਂ ਮੁੱਠੀ ਚਾਪੀ ਕਰੀ ਜਾਈਏ ਚੁੱਪ ਕਰਕੇ। ਅਸੀਂ ਜਾ ਕੇ ਖੁੱਲ੍ਹ ਕੇ ਗੱਲ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਹਾਂਜੀ ਬਾਕੀ ਠੀਕ ਹੈ। ਇਹ ਤਾਂ BJP ਵਾਲਿਆਂ ਦੀ ਬੋਲੀ ਹੋ ਗਈ ਨਾ, ਇਹ ਤਾਂ ਪੰਜਾਬ ਵਾਲਿਆਂ ਦੀ। ਕੋਈ ਨਹੀਂ ਦੇਖੋ ਬਿਆਨ ਉਹ ਚੱਲੀ ਸੀ, ਲੜੀ ਚੱਲੀ ਸੀ, ਚੱਲੀ ਚਲੋ ਜੋ ਵੀ ਕਹਿ ਹੋ ਗਿਆ। ਬਟ ਮੈਂ ਆਈ ਫੀਲ ਇਟ ਕਿ ਜੋ ਕੁਝ ਇਹ ਉਸ ਵੇਲੇ ਨਿਕਲਿਆ, ਕੋਈ ਕਿ ਮੂੰਹ 'ਚੋਂ ਕਹਿੰਦੇ ਨਿਕਲਿਆ ਹੋਇਆ ਲਫ਼ਜ਼ ਮੂੰਹ 'ਚ ਤਾਂ ਪੈਂਦਾ ਨਹੀਂ, ਜਾਂ ਜਿਨ੍ਹਾਂ ਨੇ ਮੈਨੂੰ ਕੋਈ ਚੰਗਾ ਮਾੜਾ ਕਿਹਾ ਹੋਊਗਾ ਉਹਨਾਂ ਦੇ ਮੂੰਹ 'ਚ ਵਾਪਸ ਪੈ ਜਾਊਗਾ, ਨਹੀਂ ਪੈਣਾ। ਕਿਸਾਨ ਕਹਿੰਦੇ ਆ ਕਿ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦੀ। ਮਾਫੀ ਤਾਂ ਮਾਫੀ ਆ ਕਿ ਜਦ ਮੈਂ ਇਸ ਚੀਜ਼ 'ਤੇ ਅਫਸੋਸ ਜ਼ਾਹਰ ਕਰਦਾ ਹਾਂ ਕਿ ਜੇ ਭਾਈ ਮੇਰੇ ਉਸ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਆ ਤੇ ਮਾੜੀ ਗੱਲ ਹੈ। ਮੈਂ ਉਹਦਾ ਅਫਸੋਸ ਪ੍ਰਗਟ ਕਰਦਾ ਵੀ ਇਹ ਨਹੀਂ ਹੋਣੀ ਚਾਹੀਦੀ ਸੀ। ਇਸ ਤਾਂ ਸਗੋਂ ਚਾਹੁੰਦੇ ਹਾਂ ਵੀ ਸਦਭਾਵਨਾ ਬਣੇ। ਇਹ ਸਦਭਾਵਨਾ ਨੂੰ ਜੇ ਮੇਰੇ ਇਹਨਾਂ ਲਫ਼ਜ਼ਾਂ ਨੂੰ ਠੇਸ ਪਹੁੰਚੀ ਆ ਤੇ ਉਹ ਮਾੜੀ ਗੱਲ ਹੈ, ਮੈਨੂੰ ਉਹਦਾ ਅਫਸੋਸ ਆ। ਅੱਛਾ, ਜਿਵੇਂ ਹੁਣ ਸੰਯੁਕਤ ਮੋਰਚੇ ਦੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ, ਉੱਥੇ ਕਹਿੰਦੇ ਵੀ ਇੱਦਾਂ ਇੱਕ ਕਾਹਲੋ ਆ, ਅਸੀਂ ਕਹਿੰਦੇ ਵੀ ਇੱਦਾਂ ਦੇ ਲੀਡਰਾਂ ਤੋਂ ਡਰਨ ਵਾਲੇ ਨਹੀਂ, ਡਾਂਗਾ ਜਿੱਦਾਂ ਦੀਆਂ ਮਰਜ਼ੀ ਲੈ ਆਉਣ। ਹੁਣ ਲੱਗਦਾ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਹਰਿੰਦਰ ਸਿੰਘ ਕਾਹਲੋ ਹੋਣਾ ਦੀ ਛਵੀ ਹੋਰ ਤਰੀਕੇ ਨਾਲ ਲੈਣ ਲੱਗ ਗਏ ਨੇ ਲੋਕ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਚਲੋ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਜਿਹੜਾ ਮੈਨੂੰ ਮਿਲੂਗਾ, ਜਿਹੜਾ ਮੇਰੇ ਨਾਲ ਵਰਤੂਗਾ, ਉਹਨੂੰ ਮੇਰੀ ਛਵੀ ਦਾ ਆਪੇ ਹੀ ਪਤਾ ਲੱਗ ਜਾਣਾ। ਮੈਂ ਦੇਖੋ ਕੋਈ ਮੇਰੇ ਮਨ ਦੀ ਕੋਈ ਬਹੁਤ ਵੱਡੀ ਕੋਈ ਪੋਲੀਟੀਕਲ ਜਿਹੜੀ ਖਾਸ਼ ਹੈ ਨਹੀਂ ਜਿਹਦੇ ਕਰਕੇ ਮੈਂ ਕੋਈ ਪੁੱਠੀ ਸਿੱਧੀ ਗੱਲ ਕਰਨੀ ਆ। ਮੇਰੇ ਮਨ ਤਾਂ ਸਿਰਫ ਆਪਣੇ ਇਸ ਸਟੇਟ ਦੀ ਤਰੱਕੀ
ਤੇ ਸਟੇਟ ਦੇ ਲੋਕਾਂ ਦਾ ਭਾਈਚਾਰਾ ਮੇਰੇ ਮਨ 'ਚ ਹੈ। ਅੱਛਾ, ਤੁਹਾਡੇ ਬਿਆਨ ਤੇ ਕੈਪਟਨ ਸਾਹਿਬ ਦੇ ਬਿਆਨ ਨਾ ਥੋੜੇ ਜਿਹੇ ਰਲਦੇ ਮਿਲਦੇ ਲੱਗ ਰਹੇ। ਕਹਿੰਦੇ ਕਿ ਉਹਨਾਂ ਨੇ ਵੀ ਆਖਿਆ, ਕੱਲ ਹੀ ਆਖਿਆ, ਕਹਿੰਦੇ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਅੰਦੋਲਨ ਦੇ ਨਾਲ, ਤੇ ਤੁਸੀਂ ਵੀ ਇਹੀ ਗੱਲ ਕਹਿੰਦੇ ਹੋ ਪੰਜਾਬ ਦਾ ਨੁਕਸਾਨ ਹੋ ਰਿਹਾ, ਕਿਤੇ ਬੀਜੇਪੀ ਦੇ ਕੈਪਟਨ ਦੇ ਨਾਲ ਗਿੱਠ-ਮਿੱਠ ਤਾਂ ਨਹੀਂ ਚੱਲ ਰਹੀ? ਨਹੀਂ, ਐਸੀ ਕੋਈ ਗੱਲ ਨਹੀਂ। ਦੇਖੋ, ਮੈਂ ਮੈਨੂੰ ਬੰਦੇ ਨੇ ਅੱਜ ਸਵੇਰੇ ਵੀ ਇੰਟਰਵਿਊ ਕੀਤੀ ਆ, ਕਹਿੰਦਾ ਜੀ ਤੁਸੀਂ ਫੈਡਰੇਸ਼ਨ ਦੇ ਕਨਵੀਨਰ ਸੀਗੇ ਤੇ ਫੈਡਰੇਸ਼ਨ ਦੀ ਕੀ ਸੋਚ ਸੀ, ਅੱਜ ਤੁਸੀਂ ਬੀਜੇਪੀ 'ਚ ਆ, ਹਾਂਜੀ ਕਿਉਂ ਆਏ ਆ? ਤਾਂ ਮੈਂ ਸਾਫ ਸੁਥਰੀ ਲਫ਼ਜ਼ਾਂ 'ਚ ਕਿਹਾ, ਮੈਂ ਕਿਹਾ ਤੁਸੀਂ ਮੋਦੀ ਦੇ ਫੈਨ ਆ। ਮੈਂ ਕਿਹਾ ਵੀ ਮੈਂ ਕਿਉਂ ਲਗਾਵਾਂ, ਮੈਂ ਫੈਨ ਆ। ਇਹ ਪਹਿਲਾ ਪ੍ਰਧਾਨ ਮੰਤਰੀ ਆਇਆ ਜਿਹਨੇ ਦੇਸ਼ ਨੂੰ ਕਿਤੇ ਪੈਰਾਂ 'ਤੇ ਖੜਾ ਕਰਤਾ। ਕਿਸਾਨ ਕਹਿੰਦੇ ਸਾਨੂੰ ਤਾਂ ਜਿਹੜਾ ਪੈਰਾਂ ਭਾਰ ਸੀਗਾ ਗੋਡਿਆਂ ਭਾਰ ਸਿੱਟਤਾ ਇਸ ਪ੍ਰਧਾਨ ਮੰਤਰੀ। ਕੋਈ ਗੱਲ ਨਹੀਂ। ਦੇਖੋ, ਇਹ ਮੇਰੇ ਕਿਸਾਨ ਵੀਰ ਜਿੱਦਣ ਨਵੇੜਾ ਹੋਇਆ, ਇਹਨਾਂ ਨੇ ਗੁਣ ਗਾਉਂਦਿਆਂ ਸਾਹ ਨਹੀਂ ਲੈਣਾ। ਇਹ ਉਨੀ ਦੇਰ ਹੁੰਦੀ ਆ। ਤੁਹਾਨੂੰ ਲੱਗਦਾ ਕਿ ਭੁੱਲ ਜਾਣਗੇ 600 ਮੌਤਾਂ ਭੁੱਲ ਜਾਣਗੇ? ਤੁਹਾਨੂੰ ਲੱਗਦਾ ਵੀ 10 ਮਹੀਨੇ ਦਾ ਜਿਹੜਾ ਅੱਜ ਸਮਾਂ ਹੋ ਗਿਆ ਉਹ ਭੁੱਲ ਜਾਣਗੇ ਕਿਸਾਨ ਏਡੀ ਛੇਤੀ? ਮੇਰੇ ਵੀਰ ਜੀ ਬਲੂ ਸਟਾਰ ਭੁੱਲ ਗਏ ਸਾਰੇ ਕਿ ਨਹੀਂ? ਦੱਸੋ, ਕਾਂਗਰਸ ਦੀ ਸਰਕਾਰ ਕਿੱਦਾਂ ਬਣ ਗਈ? ਕਿਵੇਂ ਬਣ ਗਈ ਕਾਂਗਰਸ ਦੀ ਸਰਕਾਰ? ਵੋਟਾਂ ਪਾਈਆਂ ਨਹੀਂ ਲੋਕਾਂ ਨੇ ਉਹਨਾਂ ਨੂੰ। ਹਰੇਕ ਜ਼ਖਮ ਦੀ ਟੀਸ ਜਿਹੜੀ ਆ, ਦਰਦ ਆ, ਉਹ ਸਮੇਂ ਦੇ ਨਾਲ ਨਾਲ ਹੌਲਾ ਹੁੰਦਾ, ਤੇ ਜਦੋਂ ਉਹਦੇ ਉੱਤੇ ਮਲਮ ਰੱਖੀ ਜਾਵੇ ਉਹ ਸਹੀ ਹੋ ਜਾਂਦਾ ਛੇਤੀ। ਕਾਂਗਰਸ ਨੇ ਮਲਮ ਨਹੀਂ ਵੀ ਰੱਖੀ, ਮਲਮ ਆ ਕੇ ਰੱਖੀ ਮੋਦੀ ਨੇ। ਉਹੀ ਸੱਜਣ ਕੁਮਾਰ ਆ ਜਿਹਨੂੰ ਕਾਂਗਰਸ ਟਿਕਟ ਦਿੰਦੀ ਸੀ, ਉਹੀ ਸੱਜਣ ਕੁਮਾਰ ਆ ਅੱਜ ਉਹਨੂੰ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਆ ਟਿਲ ਦੀ ਲਾਸਟ ਵਰੀਸ ਆਫ ਹਿਜ਼ ਲਾਈਫ। ਉਹਨੂੰ ਜ਼ਮਾਨਤ ਵੀ ਨਹੀਂ ਮਿਲਦੀ। ਕਿੰਨੇ ਬੰਦਿਆਂ ਨੂੰ ਹੋਰ ਫੈਡਰੇਸ਼ਨ ਦੀ ਗੱਲ ਕਾਲੋਂ ਸਭ ਤੋਰੀ ਸੀਗੀ, ਫੈਡਰੇਸ਼ਨ ਦੀ ਸੋਚ ਜਿਹੜੀ ਸੀਗੀ ਉਦੋਂ, ਤਾਂ ਬੀਜੇਪੀ ਦੇ ਵਿੱਚ ਵਾਕਈ ਤੁਹਾਡੀ ਐਂਟਰੀ ਕਿਵੇਂ ਹੋਈ? ਨਹੀਂ, ਬੀਜੇਪੀ 'ਚ ਐਂਟਰੀ ਦੇਖੋ ਮੈਨੂੰ ਲੱਗਿਆ ਇਹ, ਹਾਂਜੀ ਹੋਰ ਵੀ ਪਾਰਟੀਆਂ ਨੇ ਪੰਜਾਬ 'ਚ, ਤੁਹਾਡਾ ਤਾਂ ਇੱਕ ਰੁਤਬਾ, ਇੱਕ ਵੱਡਾ ਕੱਦ ਹੈਗਾ ਤੁਹਾਡਾ ਚਿਹਰਾ। ਨਹੀਂ, ਮੇਰਾ ਕੋਈ ਵੱਡਾ ਕੱਦ ਨਹੀਂ, ਨਾ ਮੈਂ ਆਪਣਾ ਕੱਦ ਕਦੀ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਲੋਕੀ ਤਾਂ ਕਈ ਪੁੱਠੇ ਸਿੱਧੇ ਤਰੀਕੇ ਵਰਤੇ ਆ, ਮੈਨੂੰ ਨਹੀਂ ਇੱਦਾਂ ਦੀ ਕੋਈ। ਮੈਂ ਸੈਟਿਸਫਾਈਡ ਆ ਜਿੱਥੇ ਮੈਂ ਹੈਗਾ ਆ, ਹਾਂਜੀ। ਮੈਂ ਸਾਰੀਆਂ ਪਾਰਟੀਆਂ ਦੇਖ ਲਈਆਂ, ਸਾਰੀਆਂ ਪਾਰਟੀਆਂ ਦਾ ਜੋ ਹਾਲ ਆ ਮੈਂ ਦੇਖ ਲਿਆ। ਸਾਰੇ ਆਪਣੀਆਂ ਜੇਬਾਂ ਭਰਨ ਤੋਂ ਬਗੈਰ ਕੁਛ ਨਹੀਂ ਕਰਦੇ। ਬੀਜੇਪੀ ਜੇਬਾਂ ਨਹੀਂ ਭਰਦੀ ਆਪਦੀ? ਭਰਦੀ, ਦੱਸੋ ਮੈਨੂੰ ਕਿੱਥੇ ਭਰਦੀ ਆ? ਦੱਸੋ। ਇੰਨੇ ਘੁਟਾਲੇ ਅੱਗੇ ਆਏ ਆ, ਇੰਨਾ ਕੁਝ ਹੋਇਆ, ਹਾਂਜੀ। ਹੁਣ ਦੱਸੋ ਕਿੱਥੇ ਆ? ਸੋ ਆਏ ਕੋ ਰਫੇਲ ਵਾਲਾ ਉਹ ਰਾਹੁਲ ਗਾਂਧੀ ਚੱਕੀ ਫਿਰਦਾ, ਸੁਪਰੀਮ ਕੋਰਟ ਨੇ ਉਹ ਵੀ ਕਲੀਅਰ ਕੀਤਾ ਸਾਰਾ ਕੁਝ। ਤੇ ਕੋਈ ਹੈ ਅੱਗੇ ਗੱਲ? ਹਾਂਜੀ। ਹੁਣ ਲੋਕੀ ਤਾਂ ਇੱਥੋਂ ਤੇ ਕਹਿੰਦੇ ਜੇ ਬੰਦਾ ਵਿਆਹਿਆ ਮਿਲ ਜਾਏ ਤਾਂ ਕਹਿੰਦੇ ਜੀ ਇਹ ਵਿਆਹਿਆ ਕਿਉਂ ਆ, ਆਪਣੇ ਨਿਆਣਿਆਂ ਲਈ ਇਕੱਠੇ ਕਰੂ। ਤੇ ਜੇ ਬੰਦਾ ਨਹੀਂ ਵਿਆਹਿਆ, ਇਕੱਲਾ ਆ, ਤਾਂ ਕਹਿੰਦੇ ਜੀ ਇਕੱਲਾ ਕਿਉਂ ਆ। ਸਿਆਣੇ ਕਹਿੰਦੇ ਦੁਨੀਆ ਨੂੰ ਆਰੀ ਨੂੰ ਇੱਕ ਪਾਸੇ ਦੰਦੇ, ਦੁਨੀਆ ਨੂੰ ਦੋ ਪਾਸੇ ਦੰਦੇ, ਗਾਹ ਨੂੰ ਵੀ ਕੱਟਦੀ ਆ, ਪਛਾਣ ਨੂੰ ਖਿੱਚੋ ਫੇ ਵੀ ਕੱਟਦੀ ਆ। ਅੱਛਾ, ਅਸੀਂ ਆਸ ਕਰੀਏ ਵੀ ਅੱਗੇ ਤੋਂ ਇਹੋ ਜਿਹੇ ਬਿਆਨ ਹਰਿੰਦਰ ਸਿੰਘ ਕਾਲੂ ਹੋਣਾ ਦੇ ਵੱਲੋਂ ਨਹੀਂ ਦਿੱਤੇ ਜਾਣੇ, ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਇਹਦਾ। ਮੈਂ ਤੁਹਾਡੇ ਬਿਲਕੁਲ ਸਹਿਮਤ ਆ। ਔਰ ਚਲੋ ਉਸ ਜੋ ਹੋਇਆ ਵੀ ਆ, ਮੇਰੇ ਦਿਮਾਗ 'ਤੇ ਇਸ ਚੀਜ਼ ਦਾ ਅਸਰ ਹੋਇਆ ਵੀ ਯਾਰ ਆਪਾਂ ਤਾਂ ਮਾਹੌਲ ਨੂੰ ਸਹੀ ਕਰਨ ਦੇ ਰਾਹ ਤੁਰੇ ਹੋਏ ਆ, ਤੇ ਆਹ ਕਿੱਦਾਂ ਗੱਲ ਹੋ ਗਈ। ਮਾੜੇ ਮੋਟੇ ਬੀਜੇਪੀ ਵਾਲੇ ਬਾਹਰ ਨਿਕਲਣ ਲੱਗੇ ਸੀਗੇ, ਤੁਹਾਡੇ ਇਸ ਬਿਆਨ ਨੇ ਫੇਰ ਕਮਰਿਆਂ 'ਚ ਵਾੜਦੇ। ਘਰ ਤੁਸੀਂ ਦੇਖੋ ਛਾਉਣੀ 'ਚ ਤਬਦੀਲ ਕਰਤਾ ਪੁਲਿਸ ਵਾਲਿਆਂ ਨੇ। ਉੱਤੇ ਕਿਸਾਨ ਕਹਿੰਦੇ ਕੋਈ ਗੱਲ ਨਹੀਂ, ਆ ਲੈਂਦਾ 2 ਦਿਨ ਖੜੋ, ਦੱਸਦੇ ਆ ਕਾਲੂ ਸਾਹਿਬ ਨੂੰ ਵੀ ਕਿੱਦਾਂ ਬਿਆਨ ਡੰਡੇ ਮਾਰਦੇ ਨੇ ਇਹ। ਹੋਰ ਸਾਰੇ ਇਹਦੇ ਸਾਰੇ ਸਾਰੀਆਂ ਪਾਰਟੀਆਂ ਕਈ ਕੁਛ ਕਹਿੰਦੀਆਂ, ਚੱਲਦਾ ਰਹਿੰਦਾ ਆ। ਜੇ ਆਪਾਂ ਡੰਡੇ ਮਾਰਨ ਦੀ ਵੀ ਗੱਲ ਕਰੀਏ ਤੇ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਹਾਨੂੰ ਬੋਲਣ ਦਾ ਹੱਕ ਨਹੀਂ। ਆਪਾਂ ਦੂਜਿਆਂ ਨੂੰ ਕਹਿੰਦੇ ਆ ਵੀ ਸਾਨੂੰ ਬੋਲਣ ਦੀ ਆਜ਼ਾਦੀ ਆ, ਤੇ ਜੇ ਮੇਰੇ ਵਰਗਾ ਕੋਈ ਕਹਿੰਦਾ ਇੱਦਾਂ ਮਤਲਬ ਮੈਨੂੰ ਬੋਲਣ ਦਾ ਹੱਕ ਨਹੀਂ ਹੈਗਾ। ਡੰਡੇ ਮਾਰਨ ਵਾਲਾ ਤਾਂ ਕੋਈ ਹੱਕ ਨਹੀਂ ਜੀ ਕਿਸੇ ਨੇ। ਤਾਂ ਡੰਡੇ ਕਿਸੇ ਨੇ ਮਾਰੇ ਤਾਂ ਨਹੀਂ, ਜਾਂ ਮਰਵਾਏ ਤਾਂ ਨਹੀਂ ਡੰਡੇ ਕਿਸੇ ਕੋਲ। ਨਾ ਮੈਂ ਮਾਰੇ, ਨਾ ਮਰਵਾਏ, ਨਾ ਮੇਰੀ ਮਨਸ਼ਾ ਆ। ਹਾਂਜੀ, ਇਹ ਇੰਨਾ ਜ਼ਰੂਰ ਆ। ਇਸ ਚੀਜ਼ ਦਾ ਮੈਨੂੰ ਦਰਦ ਵੀ ਜ਼ਰੂਰ ਆ ਵੀ ਕੁਛ ਐਸੇ ਅਨਸਰ ਹੈਗੇ ਆ ਵੀ ਜਿਹੜੇ ਇਸ ਚੀਜ਼ ਨੂੰ ਸਿਰੇ ਨਹੀਂ ਲੱਗਣ ਦਿੰਦੇ। ਪਬਲਿਸਿਟੀ ਸਟੰਟ ਤਾਂ ਨਹੀਂ ਸੀਗਾ ਇਹ ਬਿਆਨ? ਨੋ ਦੇਖੋ, ਪਬਲਿਸਿਟੀ ਸਟੰਟ ਇਹ ਬਿਆਨ ਤਾਂ ਹੁੰਦਾ ਜੇ ਮੇਰੇ ਮਨ 'ਚ ਹੁੰਦਾ ਵੀ ਬਾਏ ਕੋਈ ਉਹ ਵੱਡਾ ਅਹੁਦਾ ਪ੍ਰਾਪਤ ਕਰਨਾ, ਕੋ ਮੈਂ MP ਬਣਨਾ, ਕੋ ਹੋਰ ਕੁਝ ਬਣਨਾ ਆ। ਮੇਰੀ ਲਾਲਸਾ ਹੀ ਨਹੀਂ ਇਹ ਹੈਗੀ, ਮੇਰੀ ਕੋਈ ਐਸੀ ਲਾਲਸਾ ਨਹੀਂ। ਬਾਏ ਤਾਂ ਸਧਾਰਨ ਇਨਸਾਨ ਰਹਿਣਾ ਚਾਹੁੰਦਾ, ਉਹੀ ਰਹਿਣਾ ਚਾਹੁੰਦਾ। ਕਿਸਾਨ ਕੱਲ ਨੂੰ ਆ ਕੇ ਘੇਰਦੇ ਆ, ਤੁਹਾਡੀ ਕੋਠੀ ਘੇਰਦੇ ਆ ਜਾ ਕੇ, ਤਾਂ ਫਿਰ ਤੁਹਾਡਾ ਕੀ ਰਿਐਕਸ਼ਨ ਹੋਊਗਾ? ਮੇਰਾ ਕੋਈ ਰਿਐਕਸ਼ਨ ਨਹੀਂ, ਖੁਸ਼ੀ ਆ ਉਹਨਾਂ ਦੀ। ਉਹਨਾਂ ਦਾ ਰੋਸ ਜੇ ਪ੍ਰਗਟ ਕਰਨ ਦਾ ਇਹ ਤਰੀਕਾ ਆ, ਉਹ ਕਰ ਲੈਣ। ਜਦ ਮੈਂ ਜੇ ਕਹਿਤਾ ਵੀ ਜੇ ਜੋ ਕੁਝ ਹੋਇਆ, ਜੇ ਉਹਨਾਂ ਦੇ ਮਨ ਨੂੰ ਕੋਈ ਇਸ ਗੱਲ ਤੇ ਠੇਸ ਲੱਗੀ ਆ, ਤੇ ਭਾਈ ਮੈਨੂੰ ਉਸ ਚੀਜ਼ ਦਾ ਅਫਸੋਸ ਆ, ਦੁੱਖ ਆ। ਹੁਣ ਇਹ ਤੋਂ ਬਾਅਦ ਦੱਸੋ ਕੀ ਕੀਤਾ ਜਾ ਸਕਦਾ? ਇਹ ਤੋਂ ਬਾਅਦ ਤਾਂ ਕੁਛ ਵੀ ਨਹੀਂ ਕੀਤਾ ਜਾ ਸਕਦਾ। ਨਾ ਉਹ ਆਪਣਾ ਜਿਹੜੇ ਕਈ ਲਫ਼ਜ਼ ਵਾਪਸ ਮੂੰਹ 'ਚ ਪਾ ਸਕਦੇ ਆ, ਨਾ ਮੈਂ ਪਾ ਸਕਦਾ। ਪਰ ਅਫਸੋਸ ਜ਼ਰੂਰ ਹੈ। ਅਫਸੋਸ ਜ਼ਰੂਰ ਆ। ਔਰ ਇਸ ਚੀਜ਼ ਦਾ ਜਿਹੜਾ ਹੈਗਾ ਠੀਕ ਆ,
ਬੰਦੇ ਨੂੰ ਆਪਣੇ ਜੀਵਨ ਵਿੱਚ ਇਹ ਸੰਕੋਚ ਕਰਨਾ ਚਾਹੀਦਾ, ਖਿਆਲ ਰੱਖਣਾ ਚਾਹੀਦਾ। ਧੰਨਵਾਦ ਕਾਲੂ ਸਾਹਿਬ ਗੱਲਬਾਤ ਕਰ ਲਈ। ਸੋ ਇਹ ਨੇ ਬੀਜੇਪੀ ਦੇ ਸੀਨੀਅਰ ਲੀਡਰ ਹਰਿੰਦਰ ਸਿੰਘ ਕਾਲੂ, ਜਿਨ੍ਹਾਂ ਨੇ ਬਿਆਨ ਦਿੱਤਾ ਸੀਗਾ। ਉਸ ਬਿਆਨ ਦੇ ਉੱਪਰ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ, ਮੇਰੇ ਵੱਲੋਂ ਕੋਈ ਜਾਣਬੁੱਝ ਕੇ ਜਾਂ ਮੇਰੀ ਕੋਈ ਮਨਸ਼ਾ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਣ ਦੀ, ਪਰ ਇਸ ਬਿਆਨ ਨੂੰ ਪੂਰੀ ਪੰਜਾਬ ਦੀ ਸਿਆਸਤ ਦੇ ਵਿੱਚ ਘੁਮਾਇਆ ਜਾ ਰਿਹਾ ਹੈ। ਪੂਰੀ ਪੰਜਾਬ ਦੀ ਸਿਆਸਤ ਇਸ ਬਿਆਨ ਦੇ ਇਰਦ ਗਿਰਦ ਘੁੰਮ ਰਹੀ ਹੈ। ਕਿਸਾਨ ਲੀਡਰਾਂ ਦੇ ਵੱਲੋਂ ਵੀ ਤੱਤੇ ਬਿਆਨ ਦਿੱਤੇ ਜਾ ਰਹੇ ਨੇ। ਇਹਨਾਂ ਦਾ ਘਰ ਵੀ ਜਿਹੜਾ ਵਾ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਕਿਉਂਕਿ ਇਨਫੋਰਮੇਸ਼ਨ ਸੀ ਪੁਲਿਸ ਨੂੰ ਕਿ ਸ਼ਾਇਦ ਇਹਨਾਂ ਦੇ ਘਰ ਦੇ ਵੱਲ ਘਿਰਾਓ ਕਿਸਾਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਅਹਿਮ ਬਹੁਤ ਹੋਊਗਾ ਕਿ ਇਸ ਬਿਆਨ ਨੂੰ ਕਿਸਾਨ ਲੀਡਰ ਅਤੇ ਪੋਲੀਟੀਕਲ ਪਾਰਟੀਆਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।